ये कित्थों लड़नगे? ये तो मोहन भगवत दे यार ने, इन्हां दियां मैंबरशिपां ने पक्कियां RSS दियां। कहंदे बड़ा सवार दूगा पंजाब दा, बड़ा कुछ कर दूगा। यार थोड़ा तो दिल्ली तो आना जाना नहीं भी। हरसिमरत कौर बादल भी RSS दा संघ दे मैंबर ने, इन्हां दियां मैंबरशिपां लईआं होईआं ने। सो जो इन्हां नूं RSS कहंदा ਉਹਦੇ ਕਹਿਣ ਤੇ ਉਹ ਕੁਝ ਇਹ ਕਰਦੇ ਨੇ। ਵਾਹਿਗੁਰੂ जी का खालसा, वाहिगुरू जी की फतेह। मैं ਤੁਹਾਡਾ ਆਪਣਾ ਵਰਿੰਦਰ ਸਿੰਘ ਸੇਖੋਂ। ਅੱਜ ਮੈਂ ਇੱਕ ਜਿਹੜਾ ਇਤਿਹਾਸਿਕ ਦਿਨ ਆ ਸਿੱਖ ਕੌਮ ਦੇ ਲਈ, ਜਿਹਦੇ ਵਿੱਚ ਸ਼ਹਾਦਤ ਹੋਈ ਆ 14 ਅਕਤੂਬਰ 2015 ਨੂੰ, ਜਦੋਂ ਇਸ ਪੰਜਾਬ ਦਾ ਮੁੱਖ ਮੰਤਰੀ ਬਾਦਲ ਸੀਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ। ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹ ਸ਼ਰੇਆਮ ਸਿੱਖ ਕੌਮ ਨੂੰ ਲਲਕਾਰਦੇ ਨੇ, ਜਿਹਦੇ ਰੋਸ ਵਜੋਂ ਧਰਨਾ ਲਾਇਆ ਜਾਂਦਾ ਹੈ। ਤੇ ਬਾਦਲ ਮੁੱਖ ਮੰਤਰੀ ਦੇ ਕਹਿਣ ਤੇ ਬਹਿਬਲ ਕਲਾਂ ਵਿਖੇ ਗੋਲੀਆਂ 'ਚ ਪਹਿਲਾਂ ਤਾਂ ਸਿੱਖ ਕੌਮ ਦੇ ਉੱਪਰ ਬਾਣੀ ਪੜ੍ਹਦੀਆਂ ਸੰਗਤਾਂ ਦੇ ਉੱਤੇ ਗੰਦਾ ਪਾਣੀ ਲਿਆ ਕੇ ਬਾਦਲ ਮੁੱਖ ਮੰਤਰੀ ਦੇ ਆਰਡਰ ਦੇ ਉੱਤੇ ਉਹ ਗੰਦਾ ਪਾਣੀ ਸੱਟਿਆ ਜਾਂਦਾ। ਉਸ ਤੋਂ ਬਾਅਦ ਉੱਥੇ ਗੋਲੀ ਚੱਲਦੀ ਆ, ਜਿਹਦੇ ਵਿੱਚ ਸਾਡੇ 2 ਸਿੰਘ ਜਿਹੜੇ ਸ਼ਹੀਦੀ ਪਾ ਜਾਂਦੇ ਨੇ, ਜਿਹਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ, ਇਹ ਜਿਹੜੇ 2 ਸਾਡੇ ਸਿੰਘ ਨੇ, ਇਹ ਉੱਥੇ ਸ਼ਹੀਦ ਹੋ ਜਾਂਦੇ ਨੇ। ਪਿਛਲੇ ਕੁਝ ਦਿਨ ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ, ਬੀਬੀ ਜੰਗੀਰ ਕੌਰ ਤੇ ਹੋਰ ਅਕਾਲੀ ਲੀਡਰ ਨੇ ਜਿਹੜੇ ਯੂਪੀ ਗਏ ਨੇ, ਜਿਹੜੇ ਸਾਡੇ ਉੱਥੇ ਸਿੰਘਾਂ ਨੂੰ ਸਰਕਾਰੀ ਤਸ਼ੱਦਦ ਹੋਇਆ, ਜਿਨ੍ਹਾਂ ਤੇ ਗੱਡੀ ਚਾੜ ਦਿੱਤੀ ਗਈ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਦੇ ਘਰ ਗਏ ਨੇ। ਚੰਗੀ ਗੱਲ ਆ, ਜਾਣਾ ਵੀ ਚਾਹੀਦਾ, ਸਿੱਖ ਕੌਮ ਦਾ ਫਰਜ਼ ਬਣਦਾ। ਪਰ ਮੈਂ ਬੀਬੀ ਜੰਗੀਰ ਕੌਰ, ਬੀਬੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਬਹਿਬਲ ਕਲਾਂ ਉਹ ਬਿਲਕੁਲ ਬਠਿੰਡੇ ਦੇ ਨੇੜੇ ਪੈਂਦਾ, ਕਿ ਤੁਸੀਂ ਉਹਨਾਂ ਜਿਹੜੇ 2 ਸਿੰਘਾਂ ਦੇ ਉੱਤੇ ਤੁਹਾਡੀ ਸਰਕਾਰ ਨੇ ਸਰਕਾਰੀ ਤਸ਼ੱਦਦ ਕੀਤਾ ਸੀਗਾ, ਜਦੋਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ DGP ਦੇ ਨਾਲ ਇੱਕ ਰਾਤ ਭਰ ਫੋਨ ਕਰਦਾ ਰਿਹਾ ਤੇ ਸਿੰਘਾਂ ਨੂੰ ਉੱਥੇ ਇਹਨਾਂ ਨੇ ਗੋਲੀਆਂ ਦੇ ਨਾਲ ਸ਼ਹੀਦ ਕਰਵਾਇਆ, ਕਿ ਅੱਜ ਤੱਕ ਉਹਨਾਂ ਦੇ ਘਰ ਗਏ ਨੇ। ਸੋ ਅੱਜ ਦਾ ਜਿਹੜਾ ਦਿਨ ਆ, ਇਤਿਹਾਸਕ ਦਿਨ ਆ ਸਿੱਖ ਕੌਮ ਦੇ ਲਈ। ਇੱਕ ਬਹੁਤ ਹੀ ਘਟਨਾ ਜਿਹੜੀ ਬਹਿਬਲ ਕਲਾਂ ਦੇ ਵਿੱਚ ਹੋਈ ਸੀਗੀ 14 ਅਕਤੂਬਰ 2015 ਨੂੰ, ਅੱਜ ਉਹਦਾ ਸਿੰਘਾਂ ਨੂੰ ਅਰਦਾਸ ਕਰਨ ਦੇ ਲਈ ਬਹਿਬਲ ਕਲਾਂ ਵਿਖੇ ਇੱਕ ਅਰਦਾਸ ਸਮਾਗਮ ਰੱਖਿਆ ਗਿਆ ਸੀ, ਜਿੱਥੇ ਵੱਖ-ਵੱਖ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅਰਦਾਸ ਕੀਤੀ। ਪਰ ਨਾ ਤਾਂ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਬੀ ਜੰਗੀਰ ਕੌਰ ਗਈ ਆ, ਕਿਉਂਕਿ ਬੀਬੀ ਜੰਗੀਰ ਕੌਰ ਆ ਜਿਹੜੀ ਇਹ RSS ਦੀ ਮੈਂਬਰ ਆ। ਸੁਖਬੀਰ ਬਾਦਲ ਵੀ RSS ਦਾ ਮੈਂਬਰ ਆ ਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ RSS ਦਾ ਸੰਘ ਦੇ ਮੈਂਬਰ ਨੇ, ਇਹਨਾਂ ਦੀਆਂ ਮੈਂਬਰਸ਼ਿਪਾਂ ਲਈਆਂ ਹੋਈਆਂ ਨੇ। ਸੋ ਜੋ ਇਹਨਾਂ ਨੂੰ RSS ਕਹਿੰਦਾ ਉਹਦੇ ਕਹਿਣ ਤੇ ਉਹ ਕੁਝ ਇਹ ਕਰਦੇ ਨੇ। ਯੂਪੀ ਤਾਂ ਇਹ ਚਲੇ ਗਏ ਰਾਜਨੀਤੀ ਕਰਨ ਲਈ। ਉਹਨਾਂ ਸਾਡੇ ਜਿਹੜੇ ਸ਼ਹੀਦ ਹੋਏ ਨੇ ਯੂਪੀ ਦੇ ਵਿੱਚ, ਸਾਡੇ ਜਿਹੜੇ ਨੌਜਵਾਨ, ਉਹਨਾਂ ਦੇ ਲਈ ਹਮਦਰਦੀ ਰੱਖਣ ਨਹੀਂ ਸੀ ਗਏ। ਜੇ ਇਹਨਾਂ ਦੇ ਵਿੱਚ ਹਮਦਰਦੀ ਹੁੰਦੀ ਬੀਬੀ ਹਰਸਿਮਰਤ ਕੌਰ ਬਾਦਲ ਤੇ ਬੀਬੀ ਜੰਗੀਰ ਕੌਰ ਦੇ ਵਿੱਚ, ਫਿਰ ਇਹ ਜਿਹੜੇ ਸਾਡੇ ਬਹਿਬਲ ਕਲਾਂ ਦੇ ਵਿੱਚ ਸ਼ਹੀਦ ਹੋਏ ਸੀਗੇ ਸਿੰਘ, ਤੇ ਉਹਨਾਂ ਲਈ ਇਹ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਤੇ ਉਹਨਾਂ ਦਾ ਪਰਿਵਾਰਾਂ ਦੀ ਸਾਰ ਲੈਂਦੇ। ਪਰ ਜਿਹੜੇ ਲੋਕ RSS ਤੇ BJP ਨਾਲ ਮਿਲ ਕੇ ਸਿੱਖਾਂ ਨੂੰ ਮਰਵਾਉਂਦੇ ਹੋਣ, ਉਹ ਲੋਕ ਡਰਾਮਾ ਕਰਨ ਲਈ ਯੂਪੀ ਜਾਂਦੇ ਨੇ। ਅੱਜ ਸੁਖਬੀਰ ਬਾਦਲ ਡਰਾਮਾ ਕਰ ਰਿਹਾ, ਕਹਿੰਦਾ ਜਿਹੜਾ ਪੰਜਾਬ ਦੇ ਵਿੱਚ BSF ਨੂੰ ਜਿਹੜਾ 50 ਕਿਲੋਮੀਟਰ ਦਾ ਦਾਇਰਾ ਜਿਹੜਾ ਉਹ ਦੇ ਦਿੱਤਾ, ਉਹਦਾ ਵਿਰੋਧ ਕਰ ਰਿਹਾ। ਇਹ ਕਿਹਦੀ ਦੇਣ ਆ? ਇਹ ਸੁਖਬੀਰ ਬਾਦਲ ਹੋਣੀ ਜਿਹੜੇ RSS ਦੀ ਇਹਨਾਂ ਦੀ ਮੈਂਬਰਸ਼ਿਪ ਲਈ ਹੋਈ ਆ। ਬਿਲਕੁਲ ਮੋਹਨ ਭਗਵਤ ਵੱਲੋਂ ਇਹ ਪ੍ਰੋਪਰ ਰਜਿਸਟਰਡ ਮੈਂਬਰ ਨੇ RSS ਦੇ। ਬੀਬੀ ਹਰਸਿਮਰਤ ਕੌਰ ਬਾਦਲ ਹੋ ਗਈ ਤੇ ਜੰਗੀਰ ਕੌਰ ਹੋ ਗਈ, ਚੰਦੂ ਮਾਜਰਾ ਹੋ ਗਿਆ, ਚੀਮਾ ਹੋ ਗਿਆ, ਜਿੰਨੇ ਵੀ ਇਹ ਬਾਦਲ ਦਲੀਏ ਨੇ, ਇਹ ਰਜਿਸਟਰਡ RSS ਦੇ ਮੈਂਬਰ ਨੇ। ਸੋ ਹੁਣ ਕੀ ਰਹਿ ਕੀ ਗਿਆ ਪੱਲੇ? ਹੁਣ ਤਾਂ ਤੁਸੀਂ ਸਾਰਾ ਕੁਝ ਸਾਡਾ ਖਤਮ ਕਰਤਾ ਬਾਦਲ ਦਲੀਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੁਸੀਂ ਕਰਵਾਈ। ਸਰਸੇ ਸਾਧ ਨੂੰ, ਜਿਹਨੇ ਗੁਰੂ ਦਸਮ ਪਿਤਾ ਦਾ ਅਪਮਾਨ ਕੀਤਾ, ਉਹ ਬੰਦੇ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਤੁਸੀਂ ਦਵਾਈ। SGPC ਦੀਆਂ ਚੋਣਾਂ ਜਿਹੜੀਆਂ 10 ਸਾਲ ਹੋ ਗਈਆਂ, ਚੋਣਾਂ ਨਹੀਂ ਹੋ ਰਹੀਆਂ। RSS ਦੇ ਨਾਲ ਯਾਰੀ ਹੋਣ ਕਰਕੇ RSS BJP ਉਹ ਚੋਣਾਂ ਨਹੀਂ ਕਰਵਾ ਰਹੀ। ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਤਮ ਕੀਤਾ ਜਾ ਰਿਹਾ। ਇਤਿਹਾਸਿਕ ਇਮਾਰਤਾਂ ਨੂੰ, ਜਿਹੜੀਆਂ ਸਾਡੀਆਂ ਇਤਿਹਾਸਕ, ਜਿਨ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਦੇਖਣੀਆਂ ਸੀ, ਉਹਨਾਂ ਨੂੰ ਤੁਸੀਂ ਖਤਮ ਕੀਤਾ ਜਾ ਰਿਹਾ। ਦਰਬਾਰ ਸਾਹਿਬ ਦੇ ਵਿੱਚੋਂ ਤੁਸੀਂ ਗੋਲੀਆਂ ਦੇ ਨਿਸ਼ਾਨ 1984 ਦੇ ਤੁਸੀਂ RSS ਦੇ ਕਹਿਣ ਤੇ ਮਿਟਾ ਦਿੱਤੇ। ਸੋ ਇਹ ਸੰਘ ਦੇ ਮੈਂਬਰ ਨੇ ਸਾਰੇ RSS ਦੇ। ਇਹਨਾਂ ਦੇ ਨਾਲ ਜਿਹੜਾ ਨਵਾਂ ਮੁੱਖ ਮੰਤਰੀ ਆਇਆ ਚੰਨੀ, ਮੈਂ ਉਹਨੂੰ ਵੀ ਪੁੱਛਣਾ ਚਾਹੁੰਦਾ, ਤੁਸੀਂ ਸ਼ਾਹ ਕੋਲ ਗਏ ਹੋ, ਸ਼ਾਹ ਕੋਲ
ਕੈਪਟਨ ਅਮਰਿੰਦਰ ਸਿੰਘ ਨੇ ਬੀਬੀ ਰੂਸਾ ਦਾ ਵੀਜ਼ਾ ਵਧਾਉਣ ਦੇ ਚੱਕਰ 'ਚ ਸਾਡਾ ਅੱਧਾ ਪੰਜਾਬ ਸੈਂਟਰ ਗਵਰਨਮੈਂਟ ਦੇ ਹਵਾਲੇ ਕਰ ਦਿੱਤਾ। ਚੰਨੀ ਸਾਹਿਬ ਗੱਲਾਂ ਬਹੁਤ ਕਰਦੇ ਨੇ, ਕਦੇ ਉੱਥੇ ਜਾ ਕੇ ਸ਼ਾਹ ਕੋਲ ਕਹਿ ਕੇ ਆਏ ਨੇ, ਕਹਿੰਦੇ ਪੰਜਾਬ ਦੇ ਵਿੱਚ ਕਹਿੰਦਾ ਜਿਹੜੇ ਬਾਰਡਰ ਰਾਹੀਂ ਚਿੱਟਾ ਆਉਂਦਾ ਜੀ। ਚੰਨੀ ਸਾਹਿਬ ਤੁਹਾਡਾ ਹਲਕਾ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਰੇਆਮ ਸਮੈਕ ਵਿਕ ਰਹੀ ਆ, ਮੈਡੀਕਲ ਨਸ਼ਾ ਵਿਕ ਰਿਹਾ, ਤੁਸੀਂ ਕਿੰਨੀ ਕੁ ਨੱਥ ਪਾ ਲਈ? ਜਿਸ ਦਿਨ ਦੇ ਤੁਸੀਂ ਮੁੱਖ ਮੰਤਰੀ ਬਣੇ ਹੋ ਚੰਨੀ ਸਾਹਿਬ, ਰੇਤੇ ਦੇ ਟਿੱਪਰ ਦੁੱਗਣੇ ਤਿੱਗਣੇ ਚੱਲ ਪਏ ਨੇ। ਕੀ ਉਹ ਟਿੱਪਰ ਤੁਹਾਡੇ ਨੇ? ਤੁਸੀਂ ਆਏ ਸੀਗੇ ਪੰਜਾਬ ਦੇ ਵਿੱਚ ਕਿ ਮੈਂ ਪੰਜਾਬ ਦਾ ਸੁਧਾਰ ਕਰਨ ਆ ਰਿਹਾ, ਤੇ ਚਿੱਟਾ ਆਉਂਦਾ ਦਿੱਲੀ ਤੋਂ ਆ, ਗੁਜਰਾਤ ਤੋਂ ਆਉਂਦਾ, ਤੁਸੀਂ ਪੰਜਾਬ ਨੂੰ ਜਾਣ-ਬੁੱਝ ਕੇ RSS ਦੇ ਹਵਾਲੇ ਦੇਣ ਲਈ ਨਾਟਕ ਕਰ ਰਹੇ ਹੋ, ਡਰਾਮੇ ਖੇਡ ਰਹੇ ਹੋ ਪੰਜਾਬ ਦੇ ਵਿੱਚ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋ ਗਿਆ, ਚੰਨੀ ਹੋ ਗਿਆ, ਸਾਰੇ ਬਿਲਕੁਲ ਇਹ ਰਲੇ ਹੋਏ ਨੇ। ਇਹਨਾਂ ਨੇ ਜਾਣ-ਬੁੱਝ ਕੇ ਸ਼ਾਹ ਕੋਲ ਜਾ ਕੇ ਇਹਨਾਂ ਨੇ ਜਿਹੜਾ 50 ਕਿਲੋਮੀਟਰ ਦਾ ਦਾਇਰਾ ਜਿਹੜਾ ਉਹ ਹਵਾਲੇ ਕਰਤਾ ਸੈਂਟਰ ਗਵਰਨਮੈਂਟ ਦੇ। ਪੰਜਾਬ ਵਾਲਿਓ ਇੱਕ ਗੱਲ ਯਾਦ ਰੱਖਿਓ, ਆਉਣ ਵਾਲਾ ਸਮਾਂ ਪੰਜਾਬ ਦੇ ਲਈ ਬਹੁਤ ਭਿਆਨਕ ਆ। ਜੇ ਤੁਸੀਂ ਅੱਜ ਵੀ ਇਹਨਾਂ RSS ਦੇ ਮੈਂਬਰਾਂ ਪਿੱਛੇ ਸੁਖਬੀਰ ਬਾਦਲ, ਬੀਬੀ ਹਰਸਿਮਰਤ ਬਾਦਲ, ਜੰਗੀਰ ਕੌਰ, ਚੰਦੂ ਮਾਜਰਾ ਤੇ ਇੱਕ ਡਾਕਟਰ ਚੀਮਾ, ਇਹ ਅੱਜ ਕੱਲ ਬਾਦਲ ਦੇ ਵਕੀਲ ਬਣਦੇ ਨੇ, ਬੜੇ ਤਕੜੇ ਬਾਦਲ ਨੂੰ ਬਚਾਉਂਦੇ ਨੇ। ਉਹ ਤੁਸੀਂ ਕਿਹੜਾ ਗੁਨਾਹ ਬਾਦਲ ਦਾ ਜਿਹੜਾ ਤੁਸੀਂ ਲੁਕੋਏਂਗੇ? ਉਹ ਜਿਹੜਾ ਸਰਸੇ ਵਾਲੇ ਸਾਧ ਨੂੰ ਮਾਫੀ ਕਿਉਂ ਦਿੱਤੀ? ਗੋਲੀਆਂ ਚਲਾਈਆਂ ਗਈਆਂ, ਸਿੱਧੀਆਂ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਗਿਆ। ਉੱਥੇ ਬਾਈਬਲ ਕਲਾਂ ਦੇ ਵਿੱਚ ਵੀ ਗੋਲੀਆਂ ਚਲਵਾ ਕੇ ਤੁਸੀਂ ਸ਼ਰੇਆਮ ਪਹਿਲਾਂ ਉਹਨਾਂ ਤੇ ਗੰਦਾ ਪਾਣੀ ਦੇ ਲਿਆ ਕੇ ਗੱਡੀਆਂ ਦੇ ਵਿੱਚ ਗੰਦਾ ਪਾਣੀ, ਜਿਹੜਾ ਬਾਈਬਲ ਕਲਾਂ ਤੁਸੀਂ ਉੱਥੇ ਵਿਛਾੜਾ ਮਾਰੀਆਂ, ਬਾਣਾ, ਉੱਥੇ ਬਾਣੇ ਦੀ ਬੇਅਦਬੀ ਕੀਤੀ ਤੁਸੀਂ, ਸਿੰਘਾਂ ਦੀ ਬੇਅਦਬੀ ਕੀਤੀ, ਸਾਡੀਆਂ ਪੱਗਾਂ ਲਾਹੀਆਂ। ਫਿਰ ਉਹ ਤੋਂ ਬਾਅਦ ਤੁਸੀਂ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਅੱਜ ਤੱਕ ਤੁਸੀਂ UP ਚਲੇ ਗਏ ਹੋ ਗੱਲਾਂ ਕਰਨ ਕੀ ਇਨਸਾਫ ਦਿਵਾਉਣ ਲਈ ਚੱਲਿਆ। ਤੁਸੀਂ ਬਾਈਬਲ ਕਲਾਂ ਦਾ ਇਨਸਾਫ ਦਿਓ, ਸਿੱਖ ਕੌਮ ਨੂੰ ਦੱਸੋ ਗੋਲੀਆਂ ਤੁਸੀਂ ਜਿਹੜੀਆਂ ਚਲਵਾਈਆਂ ਨੇ। ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਲੋਕ ਵੀ ਇਸ ਚੀਜ਼ ਲਈ ਜ਼ਿੰਮੇਵਾਰ ਨੇ। ਇਹਨਾਂ RSS ਦੇ ਜਿਹੜੇ ਪੱਕੇ ਮੈਂਬਰ ਨੇ, ਸਥਾਈ ਮੈਂਬਰ ਨੇ, ਉਹਨਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਮੀਰ ਦਾ ਸੌਦਾ ਕਰਕੇ ਅੱਜ ਫਿਰ ਰਹੇ ਨੇ। ਅੱਜ ਅੱਧੇ ਪੰਜਾਬ ਤੇ ਜਿਹੜਾ ਕਬਜ਼ਾ RSS ਦਾ ਹੋ ਗਿਆ। ਇਹ ਜਿਹੜਾ ਪੰਜਾਬ ਦੇ ਉੱਪਰ, ਪੰਜਾਬ ਨੂੰ ਇਹਨਾਂ ਨੇ ਵੇਚਿਆ। ਬਾਦਲ ਨੇ, RSS ਨੇ ਜਿੰਨਾ ਕੰਮ ਲੈਣਾ ਸੀ ਬਾਦਲ ਤੋਂ ਲੈ ਲਿਆ, ਜਿੰਨਾ ਜਿਵੇਂ ਕਹਿੰਦੇ ਨੇ ਨਿੰਬੂ ਨਿਚੋੜਨਾ ਤੀ ਨਿਚੋੜ ਲਿਆ। RSS ਨੇ IGPC ਆਪਣੇ ਅੰਡਰ ਲੈ ਲਈ ਆ। ਜਿਹੜੀ ਬੀਬੀ ਜੰਗੀਰ ਕੌਰ ਆ, RSS ਤੋਂ ਬਿਨਾ ਇੱਕ ਵੀ ਜਿਹੜਾ ਹੁਕਮ ਆ ਉਹ ਨਹੀਂ ਦੇ ਸਕਦੀ। ਅਕਾਲ ਤਖਤ ਸਾਹਿਬ ਹਰਪ੍ਰੀਤ ਸਿੰਘ ਜਥੇਦਾਰ, ਉਹ ਬਾਦਲ ਉਹਨਾਂ ਦੀ ਕਹੀ ਮੰਨਦਾ। ਜੇ ਅੱਜ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਜਿਹੜੇ ਬਾਦਲਾਂ ਦਾ ਜਥੇਦਾਰ ਹਰਪ੍ਰੀਤ ਸਿੰਘ, ਮੈਂ ਉਹਨੂੰ ਬੇਨਤੀ ਕਰਦਾ, ਜੇ ਤੁਹਾਡੇ 'ਚ ਜੁਰਤ ਆ ਤਾਂ ਇਹਨਾਂ ਬਾਈਬਲ ਕਲਾਂ ਵਾਲੀ ਜਿਹੜੀ ਗੋਲੀ ਕਾਂਡ ਆ, ਜੋ ਕੁਝ ਹੋਇਆ ਕੋਟ ਕਪੂਰੇ ਹੋਇਆ, ਬਾਈਬਲ ਕਲਾਂ ਬਰਗਾੜੀ, ਜੋ ਕੁਝ ਹੋਇਆ, ਇਹਦਾ ਹਿਸਾਬ ਅੱਜ ਤੱਕ ਬਾਦਲਾਂ ਤੋਂ ਕਿਉਂ ਨਹੀਂ ਲਿਆ? 4.5 ਸਾਲ, ਪੌਣੇ 5 ਸਾਲ ਕਾਂਗਰਸ ਗੰਦੀ ਸਰਕਾਰ ਸਾਡੇ ਤੇ ਸਿਆਸਤ ਕਰ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ, ਸਾਡੇ ਤੇ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰਨ ਦੇ ਲਈ ਸਾਡੇ ਤੇ ਸਿਆਸਤ ਕੀਤੀ ਆ। ਸਿਆਸਤ ਕਰਕੇ ਸਾਡੇ ਤੇ ਸਾਡਾ ਮਲੀਆ ਮੇਟ ਕੀਤਾ। ਸਾਨੂੰ ਕਦੇ ਇਨਸਾਫ ਮਿਲ ਹੀ ਨਹੀਂ ਸਕਦਾ। ਅੱਜ ਚੰਨੀ ਆ, ਉਹ ਸ਼ਾਹ ਦੀ ਗੋਦੀ 'ਚ ਜਾ ਕੇ ਬਹਿੰਦਾ, ਕਦੇ ਤੁਹਾਡਾ ਕੈਪਟਨ ਅਮਰਿੰਦਰ ਜਾ ਕੇ ਬਹਿੰਦਾ। ਜਿੱਥੋਂ ਚਿੱਟਾ ਆ ਰਿਹਾ ਤੁਸੀਂ ਉੱਥੋਂ ਰੋਕੋ। ਚੰਨੀ ਸਾਹਿਬ ਤੁਸੀਂ ਮੈਨੂੰ ਐਂ ਦੱਸੋ, ਤੁਹਾਡੇ ਟਿੱਪਰ ਇਹ ਤੁਹਾਡੇ ਚੱਲ ਪਏ ਨੇ ਜਿਹੜੇ ਰੇਤੇ ਦੇ ਹੁਣ ਦੁੱਗਣੇ ਤਿੱਗਣੇ ਸੜਕਾਂ ਤੇ ਸ਼ੂਕਣ ਲੱਗੇ ਨੇ। ਚਿੱਟੇ ਦਾ ਜਿਹੜਾ ਹੋਰ ਜਿਹੜਾ ਪ੍ਰਭਾਵ ਆ ਵੱਧ ਗਿਆ। ਤੁਸੀਂ ਆਓ ਕਹਿਰਾ, ਤੁਹਾਨੂੰ ਮੈਂ ਫੜਾਉਣਾ ਚਿੱਟੇ ਦੇ ਡੀਲਰ। ਤੁਸੀਂ ਸ਼ਾਹ ਦੀ ਗੋਦੀ 'ਚ ਜਾ ਕੇ ਕਿਉਂ ਬੈਠਦੇ? ਆਓ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਹਾਨੂੰ ਦੱਸੀਏ ਅਸੀਂ ਕਿਹੜੇ ਚਿੱਟੇ ਦੇ ਤਸਕਰ ਬੈਠੇ ਨੇ, ਜਿਨ੍ਹਾਂ ਦੀਆਂ ਸਾਰਿਆਂ ਦੀਆਂ ਸਾਰੀਆਂ ਤਾਰਾਂ ਨੇ ਜਿਹੜੀਆਂ ਉਹ ਤੁਹਾਡੇ ਹੀ ਲੀਡਰਾਂ ਨਾਲ ਜੁੜੀਆਂ ਹੋਈਆਂ ਨੇ। ਤੁਹਾਡੇ ਹੀ ਕੋਈ ਚੇਅਰਮੈਨ ਆ, ਕੋਈ ਤੁਹਾਡਾ ਬਲਾਕ ਸੰਮਤੀ, ਕੋਈ ਦੂਜਾ ਤੀਜਾ, ਤੁਹਾਡੇ ਹੀ ਨੇ ਸਾਰੇ ਰਲੇ ਹੋਏ ਜਿਹੜੇ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਚਿੱਟਾ ਵੇਚ ਰਹੇ ਨੇ। ਸੱਚ ਕਹਿਣ ਤੋਂ ਗਰੇਜ ਨਹੀਂ ਕਰਾਂਗੇ। ਜੇ ਜ਼ਰੂਰਤ ਆ ਦਿੱਲੀ ਨਾ ਜਾਓ, ਦਿੱਲੀ ਦੀਆਂ ਚੌਂਕੀਆਂ ਨਾ ਭਰੋ, ਆ ਕੇ ਪੰਜਾਬ ਦੇ ਵਿੱਚ ਕੰਮ ਕਰੋ। ਜੇ ਤੁਸੀਂ ਕਰ ਸਕਦੇ ਹੋ ਰੇਤੇ ਦੀ ਮਾਈਨਿੰਗ ਰੋਕਣੀ ਆ, ਆਓ ਤੁਹਾਨੂੰ ਅਸੀਂ ਦੱਸਦੇ ਹਾਂ ਕਿੱਥੇ ਕਿੱਥੇ ਰੇਤੇ ਦੀ ਮਾਈਨਿੰਗ ਹੁੰਦੀ ਆ। ਕਿਉਂ ਰੋਕੇਂਗੇ ਹੋ ਤੁਸੀਂ? ਕਿਉਂਕਿ ਤੁਹਾਡੇ ਆਪਣੇ ਟਿੱਪਰ ਚੱਲ ਰਹੇ ਨੇ। ਚੰਨੀ ਆ ਗਿਆ, ਕਹਿੰਦੇ ਬੜਾ ਸਵਾਰ ਦੂਗਾ ਪੰਜਾਬ ਦਾ, ਬੜਾ ਕੁਝ ਕਰ ਦੂਗਾ। ਯਾਰ ਤੁਹਾਡਾ ਤਾਂ ਦਿੱਲੀ ਤੋਂ ਆਉਣਾ ਜਾਣਾ ਨਹੀਂ ਮੁੱਕਦਾ। ਤੁਸੀਂ ਤਾਂ ਦਿੱਲੀ ਮੂਹਰੇ ਭੀਖ ਮੰਗਦੇ ਹੋ ਜਾ ਕੇ। ਪੰਜਾਬ ਦੇ ਹਾਲਾਤ ਨੇ, ਪੰਜਾਬ ਨੂੰ ਤੁਸੀਂ ਜਾਣ ਬੁੱਝ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ, ਤੁਹਾਡੇ ਲਈ ਸਿਆਸਤ ਹੋ ਸਕਦੀ ਆ, ਪਰ ਸਿੱਖ ਕੌਮ ਲਈ ਬੰਗਾਰ ਆ, ਬੰਗਾਰ। ਹਰ ਇੱਕ ਉਸ ਬੰਦੇ ਲਈ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਦਬ ਸਤਿਕਾਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ, ਉਸ ਦੇ ਲਈ ਬੰਗਾਰ ਆ। ਸਾਡੇ ਜਿਹੜੇ ਦੋਸ਼ੀ ਨੇ ਅੱਜ ਤੱਕ ਨਹੀਂ ਫੜੇ ਗਏ ਤੁਹਾਡੇ ਕੋਲੋਂ ਸਰਕਾਰਾਂ ਤੋਂ। ਜੇ ਤੁਸੀਂ ਕਿਸੇ ਮੁੰਡੇ ਨੂੰ, ਪੰਜਾਬ ਦੇ ਮੁੰਡੇ ਨੂੰ ਚੱਕਣਾ ਹੁੰਦਾ, ਸਿੱਖ ਮੁੰਡੇ ਨੂੰ ਚੱਕਣਾ ਹੁੰਦਾ, ਤੁਸੀਂ ਉਹਦੇ ਗਲਤ ਸਾਰੇ ਐਵੀਡੈਂਸ ਬਣਾ ਕੇ ਉਹਨੂੰ ਮਿੰਟ 'ਚ ਹੀ ਅੱਤਵਾਦੀ ਗਰਦਾਨ ਦਿੰਦੇ ਹੋ। ਕੀ ਤੁਹਾਨੂੰ ਪਤਾ ਨਹੀਂਗਾ ਕਿ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਿਹਨੇ ਕੀਤੀ ਆ? ਤੁਹਾਨੂੰ ਪਤਾ ਨਹੀਂ ਪੰਜਾਬ ਦੇ ਵਿੱਚ ਚਿੱਟਾ ਕੌਣ ਵੇਚ ਰਿਹਾ? ਤੁਹਾਨੂੰ ਪਤਾ ਨਹੀਂ ਕਿ ਰੇਤੇ ਦੀ ਮਾਈਨਿੰਗ ਕੌਣ ਕਰ ਰਿਹਾ?
ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਆ, ਕਿਉਂਕਿ ਤੁਸੀਂ ਸਾਰੇ ਰਲੇ ਹੋਏ ਹੋ। 4.5 ਸਾਲ ਸਾਡੇ ਨਾਲ ਡਰਾਮਾ ਕੀਤਾ, ਕਦੇ ਸਿੱਧੂ ਆ ਗਿਆ, ਕਦੇ ਸਿੱਧੂ ਚਲੇ ਗਿਆ, ਕਦੇ ਰਾਵਤ ਦਿੱਲੀ ਤੋਂ ਪੰਜਾਬ ਆ ਗਿਆ, ਕਦੇ ਪੰਜਾਬ ਤੋਂ ਇਹ ਦਿੱਲੀ ਚਲੇ ਗਏ, ਡਰਾਮੇ ਕਰੀ ਜਾਂਦੇ ਨੇ। ਜੇ ਤੁਹਾਡੇ 'ਚ ਜ਼ਰੂਰਤ ਆ ਦਿੱਲੀ ਜਾਣ ਦੀ, ਕੀ ਲੋੜ ਆਓ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਹਾਨੂੰ ਅਸੀਂ ਦੱਸਦੇ ਹਾਂ। ਤੁਸੀਂ ਆਪਣੀ ਪੁਲਿਸ ਨੂੰ ਕਹੋ ਕਿ ਜਿਹੜੇ ਚਿੱਟੇ ਦੇ ਡੀਲਰ ਨੇ, ਇੱਕ ਨੂੰ ਫੜ ਕੇ ਲੰਬਾ ਪਾਓ, ਤਸਕਰ ਨੂੰ, ਉਹ ਤੁਹਾਨੂੰ ਸਾਰਾ ਦੱਸ ਦੂਗਾ ਚਿੱਟਾ ਕਿੱਥੋਂ ਆਉਂਦਾ। ਜੇ ਕੁਝ ਕਰਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀ ਕਿਉਂ ਨਹੀਂ ਫੜੇ ਜਾਂਦੇ? ਕਿਉਂਕਿ ਤੁਹਾਡੇ ਵਰਗੇ ਲੋਕਾਂ ਦੀ ਸ਼ਹਿ ਆ, ਉਹਨਾਂ ਨੂੰ ਸਰਕਾਰੀ ਸਿਕਿਉਰਿਟੀਆਂ ਤੁਸੀਂ ਦਿੰਦੇ ਹੋ। ਚਿੱਟੇ ਦੇ ਤਸਕਰਾਂ ਨੂੰ ਸਰਕਾਰੀ ਸਿਕਿਉਰਿਟੀਆਂ, Z+ ਦੀਆਂ ਸਿਕਿਉਰਿਟੀਆਂ ਤੁਸੀਂ ਦਿੰਦੇ ਹੋ, ਤੇ ਜਾ ਕੇ ਤੁਸੀਂ ਦਿੱਲੀ ਸਾਡੇ ਪੰਜਾਬ ਦੇ ਲੋਕਾਂ ਨੂੰ ਮਾਰਨ ਦੇ ਲਈ ਉਥੋਂ ਨਾਦਰੀ ਜਿਹੜਾ ਫਰਮਾਨ ਆ ਉਹ ਜਾਰੀ ਕਰਵਾਉਂਦੇ ਹੋ ਕਿ ਸਾਡੇ ਪੰਜਾਬ ਦੇ ਵਿੱਚ ਚਿੱਟਾ ਆ ਰਿਹਾ ਸਰਹੱਦ ਤੋਂ ਪਾਰ, ਤੇ 50 ਕਿਲੋਮੀਟਰ ਦੇ ਦਾਇਰੇ 'ਚ ਤੁਸੀਂ ਪੰਜਾਬ ਦਿੱਲੀ ਨੂੰ ਦੇ ਦਿੱਤਾ। ਕਿਹੜੇ ਪੰਜਾਬ ਦੇ ਵਾਧੇ ਅਧਿਕਾਰਾਂ ਦੀ ਗੱਲ ਕਰੇਂਗੇ ਤੁਸੀਂ ਤਾਂ ਸਾਰੇ RSS ਦੇ ਇਹ ਸਾਰੇ ਜਿੰਨੇ ਵੀ ਇਹ ਲੀਡਰ ਨੇ, ਇਹ ਸਾਰੇ ਡਰਾਮਾ ਕਰ ਰਹੇ ਨੇ ਅੱਜ ਪੰਜਾਬ ਦੇ ਵਿੱਚ। ਜੇ ਇਹਨਾਂ ਦੇ ਵਿੱਚ ਮਾੜੀ ਮੋਟੀ ਜ਼ਮੀਰ, ਹੁਣ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਵੱਡੀ ਉਮਰ ਦੇ ਹੋ ਚੁੱਕੇ ਨੇ, ਉਹ ਹੁਣ ਵੀ ਬਿਆਨ ਦਿੰਦੇ ਨੇ, ਕਹਿੰਦੇ ਜੀ ਮੈਂ ਪੰਜਾਬ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ। ਬਾਦਲ ਸਾਹਿਬ ਹੁਣ 90 ਤੋਂ ਉੱਪਰ ਟੱਪ ਕੇ ਚੁੱਕੇ ਹੋ, ਹੁਣ ਤੁਸੀਂ ਕਿਹੜੀ ਕੁਰਬਾਨੀ ਦੇਣੀ ਆ? ਜਾ ਕੇ ਦਿੱਲੀ ਬਹਿ ਜਾਓ, ਮੋਦੀ ਦੇ ਦਰਵਾਜ਼ੇ ਦੇ ਅੱਗੇ ਮਰਨ ਵਰਤ ਰੱਖ ਕੇ ਦੇ ਦਿਓ ਕੁਰਬਾਨੀ, ਤੇ ਸਿੱਖ ਕੌਮ ਦਾ ਭਲਾ ਹੋ ਜਾਵੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਹੋ ਜੇ। ਦੇ ਬੈਠੋ ਤਾਂ ਸਹੀ ਜਾ ਕੇ। ਕੋਈ ਇਹਨਾਂ ਵਿੱਚੋਂ ਲੀਡਰ, ਹੁਣ ਪੰਜਾਬ ਦਾ 50 ਕਿਲੋਮੀਟਰ ਦਾ ਦਾਇਰਾ ਜਿਹੜਾ ਉਹਨਾਂ ਨੇ ਵਧਾ ਦਿੱਤਾ, ਸਾਰੇ ਦੇ ਸਾਰੇ ਲੀਡਰ ਇੱਥੇ ਚੰਡੀਗੜ੍ਹ ਡਰਾਮਾ ਕਰਨਗੇ। ਇਹ ਜਾਓ ਉੱਥੇ ਜਾ ਕੇ ਦਿੱਲੀ ਬੈਠੋ, ਜਾ ਕੇ ਸ਼ਾਹ ਦੇ ਦਰਵਾਜ਼ੇ ਤੇ ਮਰਨ ਵਰਤ ਤੇ ਬੈਠੋ ਕਿ ਸਾਡੇ ਪੰਜਾਬ ਨਾਲ ਧੱਕਾ ਹੋ ਰਿਹਾ। ਕਰੋ ਤਾਂ ਸਹੀ ਕੁਛ। ਪਰ ਮੈਂ ਅੱਜ ਇੱਕ ਗੱਲ ਲੋਕਾਂ ਨੂੰ ਕਹਿਣਾ ਚਾਹੁੰਦਾ, ਪੰਜਾਬ ਦੇ ਲੋਕਾਂ ਨੂੰ, ਹੁਣ ਪੰਜਾਬ ਦਾ ਬਿਲਕੁਲ ਇੱਕ ਕਹਿੰਦੇ ਨੇ ਅੰਤ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਇਹਨਾਂ ਲੀਡਰਾਂ ਨੇ, ਬਿਲਕੁਲ ਅੰਤ ਤੇ ਕੰਢੇ ਤੇ। ਜੇ ਤੁਸੀਂ ਪੰਜਾਬ ਨੂੰ ਬਚਾਉਣਾ, ਜੇ ਤੁਹਾਡੀਆਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ, ਇੱਥੇ ਜਿਉਂਦੇ ਰੱਖਣਾ, ਤਾਂ ਪੰਜਾਬ ਦੇ ਲੋਕੋ ਇਕੱਠੇ ਹੋਣਾ ਪੈਣਾ। ਇਹਨਾਂ ਜਿਹੜੇ ਤੁਹਾਡੇ ਧੌਣ 'ਚ ਕੀਲੇ ਫਸੇ ਹੋਏ ਨੇ ਨਾ ਜੀ, ਅਸੀਂ ਤਾਂ ਪੱਕੇ ਕਾਲੀਆਂ, ਪੱਕੇ ਕਾਂਗਰਸੀਆਂ, ਪੱਕੇ ਝਾੜੂ ਵਾਲੇ ਆ, ਪੱਕੇ ਕੱਟੜਵਾਦ ਕੱਢ ਕੇ ਆਪਣੇ ਵਿੱਚੋਂ ਕੋਈ ਚੰਗੇ ਲੋਕਾਂ ਨੂੰ ਤੁਹਾਨੂੰ ਅੱਗੇ ਲੈ ਕੇ ਆਉਣਾ ਪੈਣਾ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੋ। ਉਹ 70-72 ਸਾਲਾਂ ਤੋਂ ਤੁਹਾਡੇ ਚੰਗੇ ਲੋਕਾਂ ਨੇ, ਤੁਹਾਡੇ ਕੱਟੜਵਾਦ ਨੇ ਤਾਂ ਤੁਹਾਡਾ ਪੰਜਾਬ ਨੂੰ ਖੇਰੂ ਕਰ ਦਿੱਤਾ। ਹੁਣ ਪਠਾਨਕੋਟ ਤੋਂ ਲੈ ਕੇ ਉਹ ਰਾਜਸਥਾਨ ਦਾ ਤੱਕ ਦਾ, ਮਲੌੜ ਤੱਕ ਦਾ ਏਰੀਆ ਲਾ ਕੇ ਦੇਖੋ, ਅੱਧਾ ਪੰਜਾਬ ਤੁਹਾਡਾ ਚਲੇਗਾ। ਤੁਹਾਡੇ ਪੱਲੇ ਕੀ ਰਹਿ ਗਿਆ? ਹੁਣ ਕੀ ਕਰ ਰਹੇ ਨੇ? ਬਿਕਰਮਜੀਤ ਸਿੰਘ ਮਜੀਠੀਆ ਝੂਠੇ ਮੁੱਠੇ ਬਿਆਨ ਦੇ ਰਿਹਾ। ਕੋਈ ਸਾਰਥਿਕ ਕਿਸਾਨੀ ਸੰਘਰਸ਼ ਚੱਲ ਰਿਹਾ ਪਿਛਲੇ 1.5-1.25 ਸਾਲ ਤੋਂ। ਕੀ ਕੋਈ ਲੀਡਰ ਤੁਹਾਡੇ ਹੱਕਾਂ ਲਈ ਅੱਗੇ ਆਇਆ? ਕੀ ਹੁਣ ਇਹ ਪੰਜਾਬ, ਜੇ ਅੱਜ ਪੰਜਾਬ ਦਾ 50 ਕਿਲੋਮੀਟਰ ਦਾ ਦਾਇਰਾ ਚਲੇ ਗਿਆ, ਕੀ ਇਹ ਤੁਹਾਡੇ ਲਈ ਲੜਾਈ ਲੜਨਗੇ? ਕੀ ਜੇ ਕੱਲ ਨੂੰ ਸਾਰੇ ਦੇ ਸਾਰੇ ਪੰਜਾਬ ਦਾ ਸਟੇਟ ਦਾ ਦਰਜਾ ਖਤਮ ਕਰ ਦਿੱਤਾ, ਕੀ ਇਹ ਲੋਕ ਲੜਨਗੇ? ਇਹ ਕਿੱਥੋਂ ਲੜਨਗੇ? ਇਹ ਤਾਂ ਮੋਹਨ ਭਗਵਤ ਦੇ ਯਾਰ ਨੇ, ਇਹਨਾਂ ਦੀਆਂ ਮੈਂਬਰਸ਼ਿਪਾਂ ਨੇ ਪੱਕੀਆਂ RSS ਦੀਆਂ। ਫਿਰ ਲੜਨਾ ਕਿਹਨੂੰ ਪੈਣਾ? ਲੜਨਾ ਤੁਹਾਨੂੰ ਪੈਣਾ। ਇਹ ਕੋਈ ਪੀਸਫੁਲੀ ਲੜਾਈ ਆ, ਇਹ ਕੋਈ ਇਦਾਂ ਨਹੀਂਗਾ ਵੀ ਕੋਈ ਆਪਾਂ ਹੁੱਲੜਬਾਜੀ ਕਰਨੀਆਂ। ਜਾਂ ਆਓ ਨਿਕਲੋ ਘਰਾਂ ਤੋਂ ਬਾਹਰ, ਨਿਕਲ ਕੇ ਉੱਥੇ ਮੈਦਾਨ 'ਚ ਆਓ, ਮੈਦਾਨ 'ਚ ਆ ਕੇ ਇਸ ਲੜਾਈ ਨੂੰ ਲੜੋ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜਾ ਸਮਾਂ, ਜਿਹੜੀ ਅੱਗ 'ਚੋਂ ਪੰਜਾਬ ਨਿਕਲ ਰਿਹਾ ਨਾ, ਇਹ ਸਮਾਂ ਅੱਗ ਬਹੁਤ ਭਿਆਨਕ ਆ। ਅੰਤ ਦੇ ਵਿੱਚ ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਨੇ, ਜਿਹੜੇ ਬੜੇ ਉਤਸ਼ਾਹ ਨਾਲ ਆਏ, ਕਹਿੰਦੇ ਜੀ ਬੜੇ ਸਾਦੇ ਤੇ ਸਿੰਪਲ ਨੇ, ਇਹਨਾਂ ਨੇ ਆਉਂਦੇ ਨਹੀਂ। ਸਾਡਾ ਪੰਜਾਬ ਆ ਜਿਹੜਾ 50 ਕਿਲੋਮੀਟਰ ਦਾ ਏਰੀਆ, ਜਿਹੜਾ ਸਾਡੇ ਪੰਜਾਬ ਦਾ ਟੁਕੜਾ ਕਰਕੇ ਸੈਂਟਰ ਗੌਰਮੈਂਟ ਨੂੰ ਦੇ ਦਿੱਤਾ, ਝੋਲੀ ਪਾ ਦਿੱਤਾ। ਤੇ ਚਿੱਟੇ ਦੀ ਗੱਲ ਕਰਦੇ ਨੇ। ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ, ਆਓ ਮੇਰੇ ਗਵਾਂਢੀ ਹੋ ਤੁਸੀਂ, ਦੱਸੋ ਤੁਸੀਂ ਤੁਹਾਨੂੰ ਅਸੀਂ ਮਿਲੀਏ, ਕਦੋਂ ਤੁਸੀਂ ਆ ਕੇ ਚਿੱਟੇ ਨੂੰ ਨੱਥ ਪਾਉਂਦੇ ਹੋ? ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡਾਂ 'ਚ। ਪਿੰਡਾਂ ਦੇ ਲੋਕ ਲਿਸਟਾਂ ਬਣਾਈ ਬੈਠੇ ਨੇ ਤੁਹਾਡੇ ਜਿਹੜੇ ਲੀਡਰ ਨੇ, ਵੀ ਕਿਹੜਾ ਲੀਡਰ ਕਿਹੜੇ ਏਰੀਏ 'ਚ ਚਿੱਟਾ ਵੇਚਦਾ, ਕਿਹੜਾ ਲੀਡਰ ਦਾ ਕਿੱਥੇ ਟਿੱਪਰ ਚੱਲਦੇ ਨੇ ਰੇਤੇ ਦੇ। ਆਓ ਤੁਹਾਨੂੰ ਅਸੀਂ ਦਿੰਦੇ ਹਾਂ। ਸ਼ਾਹ ਕੋਲ ਜਾਣ ਦੀ ਕੀ ਲੋੜ ਆ? ਸ਼ਾਹ ਨੂੰ ਕੀ ਪਤਾ ਕਿ ਪੰਜਾਬ ਦੇ ਵਿੱਚ ਚਿੱਟਾ ਕੌਣ ਵੇਚਦਾ? ਅਸੀਂ ਦੱਸਦੇ ਹਾਂ ਤੁਹਾਨੂੰ ਚਿੱਟਾ ਕੌਣ ਵੇਚਦਾ। ਪਰ ਜੁਰਤ ਹੋਣੀ ਚਾਹੀਦੀ ਆ ਤੁਹਾਡੇ ਵਿੱਚ। ਇਹ ਦੋਗਲੀਆਂ ਨੀਤੀਆਂ ਨੇ ਜਿਹੜੀਆਂ, ਇਹ ਪੰਜਾਬ ਨੂੰ ਬਿਲਕੁਲ ਇਹ ਦੋਗਲੀਆਂ ਨੀਤੀਆਂ ਕਰਕੇ ਅੱਜ ਪੰਜਾਬ ਆ ਜਿਹੜਾ ਇਹ ਬਿਲਕੁਲ ਖਤਮ ਹੋਣ ਦੇ ਕੰਢੇ ਤੇ ਖੜਾ। ਸਾਡੇ ਪੱਲੇ ਕੁਝ ਵੀ ਨਹੀਂ ਰਿਹਾ। 1 ਮਿੰਟ ਲਈ, 10 ਮਿੰਟ ਲਈ ਕਦੇ ਸੋਚਿਓ ਬੈਠ ਕੇ, ਮੇਰੇ ਪੰਜਾਬ ਦੇ ਨੌਜਵਾਨੋ, ਤੁਹਾਡੇ ਪੱਲੇ ਕੀ ਰਹਿ ਗਿਆ? ਯੂਨੀਵਰਸਿਟੀਜ਼ ਤੁਹਾਡੀਆਂ ਗਈਆਂ, ਪੰਜਾਬੀ ਭਾਸ਼ਾ ਤੁਹਾਡੀ ਖਤਮ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਿਨ ਦਿਹਾੜੇ ਹੋ ਰਹੀ ਆ, ਤੁਹਾਡਾ ਇਸ਼ਟ, ਤੁਹਾਡਾ ਧਰਮ ਖਤਰੇ 'ਚ, ਤੁਹਾਡੇ ਨੌਜਵਾਨ ਮਜਬੂਰ ਹੋ ਕੇ ਤੁਹਾਨੂੰ ਇੱਥੋਂ
ਇੱਥੋਂ ਤੁਹਾਨੂੰ ਕੱਢਿਆ ਜਾ ਰਿਹਾ ਦੇਸ਼ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਪੰਜਾਬ ਖਾਲੀ ਕੀਤਾ ਜਾ ਰਿਹਾ ਕਿ ਤਾਂ ਕਿ ਦੂਜੀਆਂ ਸਟੇਟਾਂ ਤੋਂ ਲੋਕ ਲਿਆ ਕੇ ਵਸਾਏ ਜਾਣ। ਪਾਣੀ ਤੁਹਾਡਾ 1966 'ਚ ਖੋਹ ਲਿਆ, ਅੱਜ ਤੁਸੀਂ ਕੋਲੇ ਨੂੰ ਤਰਸ ਰਹੇ ਹੋ। ਤੁਹਾਡੀ ਬਿਜਲੀ ਫ੍ਰੀ ਦਿੱਲੀ ਨੂੰ ਦੇ ਦਿੱਤੀ, ਤੁਸੀਂ ਕੀ ਕਰ ਲਿਆ? ਕੀ ਕਰ ਲਿਆ ਕਿਸੇ ਲੀਡਰ ਨੇ ਅੱਜ ਤੱਕ? ਕੋਈ ਲੀਡਰ ਨੇ ਕੋਈ ਅੱਜ ਤੱਕ ਕੋਈ ਠੋਸ ਕਦਮ ਚੁੱਕਿਆ? ਚੰਡੀਗੜ੍ਹ ਦੇ ਵਿੱਚ ਦਾਅਵੇਦਾਰੀ ਆ, ਉਹ ਵੀ ਬਿਲਕੁਲ ਤੁਹਾਡੀ ਖਤਮ ਹੋਣ ਦੇ ਕੰਢੇ ਖੜੀ ਆ। ਫਿਰ ਹੁਣ ਤੋਂ ਬਾਅਦ ਤਾਂ ਤੁਹਾਡੇ ਪੁੱਤ ਵੀ ਗਏ, ਤੁਹਾਡੀਆਂ ਜ਼ਮੀਨਾਂ ਵੀ ਗਈਆਂ, ਤੁਹਾਡਾ ਪਾਣੀ ਵੀ ਗਿਆ, ਤੁਹਾਡੀ ਭਾਸ਼ਾ ਵੀ ਗਈ, ਤੁਹਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵੀ ਤੁਹਾਡੇ ਤੇ ਬੇਅਦਬੀਆਂ ਹੋ ਰਹੀਆਂ ਨੇ। ਤੁਹਾਡੀ ਐਜੀਪੀਸੀ ਜਿਹੜੀ ਏਸ਼ੀਆ ਦੀ ਸਭ ਤੋਂ ਪਹਿਲਾਂ ਜਿਹੜੀ ਚੁਣੀ ਹੋਈ ਇੱਕ ਮਿੰਨੀ ਪਾਰਲੀਮੈਂਟ, ਸਿੱਖਾਂ ਦੀ ਪਾਰਲੀਮੈਂਟ ਕਹਿ ਰਹੇ ਸੀ, ਜਿਹਦਾ 1925 'ਚ ਹੋਂਦ 'ਚ ਆਈ ਆ, ਉਹ ਪਾਰਲੀਮੈਂਟ ਦੀਆਂ 10 ਸਾਲ ਹੋ ਗਏ, ਆਰਐਸਐਸ ਚੋਣਾਂ ਨਹੀਂ ਕਰਾ ਰਿਹਾ। ਬਾਦਲ ਉਹਨਾਂ ਨੇ ਕਬਜ਼ੇ 'ਚ ਪੱਕੀ ਦਿੱਤੀ ਹੋਈ ਆ, 1984 ਤੋਂ ਪੱਕਾ ਕਬਜ਼ਾ ਦਿੱਤਾ ਹੋਇਆ ਬਾਦਲਾਂ ਦਾ। ਸੋ ਇਹ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਪੈਣਾ। ਬਾਹਰ ਨਿਕਲੋ, ਇਹ ਜਿਹੜਾ ਸੰਘਰਸ਼ ਆ ਇਹਦਾ ਹਿੱਸਾ ਬਣੋ, ਆਪਣੇ ਹੱਕਾਂ ਦੀ ਜਿਹੜੀ ਆਵਾਜ਼ ਆ ਬੁਲੰਦ ਕਰੋ। ਇਹ ਜਿਹੜੇ ਕਾਂਗਰਸੀ, ਇਹ ਜਿਹੜੇ ਆਪਣੇ ਆਪ ਨੂੰ ਬੜੇ ਪੰਜਾਬ ਦੇ, ਬਿਲਕੁਲ ਵੀਰੇ ਮੇਰਾ ਵੀਰ ਲਿਖਦਾ ਇੱਕ, ਕਹਿੰਦਾ ਵੀ ਬੀਐਸਐਫ ਨੂੰ ਜਿਹੜੀ ਤਾਕਤ ਦੇ ਕੇ ਪੰਜਾਬ ਦੇ ਹੱਕਾਂ ਦੇ ਡਾਕਾ, ਬਿਲਕੁਲ ਪੰਜਾਬ ਨਾਲ 1947 ਤੋਂ ਲੈ ਕੇ 2021 ਤੱਕ ਡਾਕੇ ਹੀ ਪਏ ਨੇ ਪੰਜਾਬ ਤੇ। ਡਾਕੇ ਪਏ ਕਿਉਂ ਨੇ? ਕਿਉਂਕਿ ਸਾਡੇ ਲੀਡਰ, ਸਾਡੇ ਲੋਕ ਪੰਜਾਬ ਦੇ ਜ਼ਿੰਮੇਵਾਰ ਨੇ, ਕਿਉਂਕਿ ਸਾਡੇ ਲੋਕਾਂ ਨੇ ਉਹ ਲੀਡਰ ਨਹੀਂ ਚੁਣੇ ਜਿਹੜੇ ਉਹਨਾਂ ਨੂੰ ਚੁਣਨੇ ਚਾਹੀਦੇ ਸੀ। ਸਾਡੇ ਲੋਕਾਂ ਨੇ ਹਮੇਸ਼ਾ ਗਲਤ ਲੋਕਾਂ ਨੂੰ ਚੁਣ ਕੇ ਵਿਧਾਨ ਸਭਾ ਤੇ ਪਾਰਲੀਮੈਂਟ 'ਚ ਭੇਜਿਆ, ਜਿਹਦਾ ਨਤੀਜਾ ਅੱਜ ਅਸੀਂ ਭੁਗਤ ਰਹੇ ਹਾਂ। ਆਉਣ ਵਾਲੀਆਂ 22 ਦੀਆਂ ਚੋਣਾਂ 'ਚ ਵੀ ਦੇਖ ਲਓ, ਜੇ ਤੁਸੀਂ ਹੁਣ ਵੀ ਨਾ ਕੋਈ, ਹੁਣ 22 ਦੇ ਵਿੱਚ ਤੁਹਾਡੇ ਕੋਲ ਸਮਾਂ ਹੈਗਾ, ਤੁਸੀਂ ਇਹਨਾਂ ਲੋਕਾਂ ਨੂੰ ਜਵਾਬ ਦੇ ਸਕਦੇ ਹੋ। ਜੇ ਪਰ ਤੁਸੀਂ 22 ਦੇ ਵਿੱਚ ਵੀ ਤੁਸੀਂ ਆਪਣਾ ਗਲਤ ਲੋਕ ਲਿਆ ਕੇ ਤੁਸੀਂ ਵਿਧਾਨ ਸਭਾ 'ਚ ਭੇਜ ਦਿੱਤੇ ਤਾਂ ਤੁਹਾਡਾ ਕੋਈ ਹੱਲ ਨਹੀਂ ਹੋ ਸਕਦਾ। ਸੋ ਮੈਂ ਆਸ ਕਰਦਾ ਤੇ ਅੰਤ ਦੇ ਵਿੱਚ ਮੈਂ ਫੇਰ ਬੀਬੀ ਜੰਗੀਰ ਕੌਰ, ਬੀਬੀ ਹਰਸਿਮਰਤ ਕੌਰ ਬਾਦਲ ਤੇ ਚੀਮਾ ਹੋ ਗਿਆ, ਇੱਕ ਇਹਨਾਂ ਦਾ ਚੰਦੂ ਮਾਜਰਾ ਹੋ ਗਿਆ, ਜਿਹੜੇ ਅੱਜ ਕੱਲ੍ਹ ਵਕੀਲ ਬਣੇ ਹੋਏ ਨੇ ਬਾਦਲਾਂ ਦੇ। ਮੈਂ ਉਹਨਾਂ ਨੂੰ ਬੇਨਤੀ ਕਰਦਾ, ਬਠਿੰਡੇ ਦੇ ਲਾਗੇ ਹੀ ਪੈ ਜਾਂਦਾ ਬਾਈਬਲ ਕਲਾਂ, ਉੱਥੇ ਜਿਹੜੇ ਸਾਡੇ 2 ਨੌਜਵਾਨ ਸ਼ਹੀਦ ਹੋਏ ਨੇ, ਕਦੇ ਉਹਨਾਂ ਦੀ ਜਿਹੜੀ ਉਹ ਜਿਹੜਾ ਸਰਕਾਰੀ ਅਤਿਆਚਾਰ ਹੋਇਆ ਸੀਗਾ 2015 'ਚ, ਉਹਦੀ ਗੱਲ ਕਰੋ ਖੁੱਲ੍ਹ ਕੇ। ਦੱਸੋ ਲੋਕਾਂ ਨੂੰ ਕਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਵਾਈ ਆ, ਕਿੱਦਾਂ ਤੁਸੀਂ ਪੰਜਾਬ ਦੇ ਵਿੱਚ ਚਿੱਟਾ ਲੈ ਕੇ ਆਏ ਹੋ। 2007 'ਚ ਤੁਹਾਡੀ ਸਰਕਾਰ ਬਣੀ ਸੀ ਅਕਾਲੀਆਂ ਦੀ, 2007 ਤੋਂ ਲੈ ਕੇ 17 10 ਸਾਲ ਤੁਸੀਂ ਰੱਜ ਕੇ ਤੁਹਾਡੇ ਲੀਡਰਾਂ ਨੇ ਪੰਜਾਬ ਦੇ ਵਿੱਚ ਚਿੱਟਾ ਵੇਚਿਆ, ਸਾਡੇ ਨੌਜਵਾਨਾਂ ਦੀ ਕਤਲੋਗਾਰਤ ਕੀਤੀ ਆ, ਰੱਜ ਕੇ ਤੁਸੀਂ ਰੇਤਾ ਵੇਚਿਆ ਕੇ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਕਿਹੜੇ ਨੇ। ਚੰਡੀਗੜ੍ਹ ਜਿਹੜਾ ਹੁਣ ਪੰਜਾਬ ਨੂੰ ਛੋਟਾ ਕੀਤਾ ਜਾ ਰਿਹਾ, ਇੱਧਰੋਂ ਤਾਂ ਨਿਊ ਚੰਡੀਗੜ੍ਹ ਬਣਾ ਕੇ ਤੁਹਾਡੀਆਂ ਜ਼ਮੀਨਾਂ ਪੰਜਾਬ ਦੀਆਂ ਹੜੱਪਦੇ, ਕਿਉਂਕਿ ਚੰਡੀਗੜ੍ਹ ਸੈਂਟਰ ਗੌਰਮੈਂਟ ਦੇ ਹੱਥ 'ਚ ਆ। ਉੱਧਰਲੇ ਪਾਸਿਓਂ ਇੱਕ ਬਾਰਡਰ ਪਾਸਿਓਂ ਤਾਂ ਚੰਡੀਗੜ੍ਹ ਵਾਲੇ ਪਾਸਿਓਂ ਤਾਂ ਤੁਰੇ ਹੋਏ ਨੇ, ਇੱਧਰ ਨੂੰ ਵੱਧਦੇ ਆ ਰਹੇ ਨੇ ਪੰਜਾਬ ਵੱਲ ਨੂੰ। ਸਾਰਾ ਚੰਡੀਗੜ੍ਹ 'ਚ ਰਲਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਪੰਜਾਬ ਨੂੰ, ਲੋਕ ਜ਼ਮੀਨਾਂ ਵੇਚੀ ਜਾ ਰਹੇ ਨੇ ਚੰਡੀਗੜ੍ਹ ਦੇ ਵਿੱਚ। ਉੱਧਰੋਂ ਪਰਲੇ ਪਾਸਿਓਂ BSF ਆ ਰਹੀ ਆ, ਤੇ ਐਂ ਸੁੰਗੜਦਾ ਪੰਜਾਬ ਆ ਜਿਹੜਾ ਉਹ ਹੌਲੀ ਕਰਦਾ ਇਹਨਾਂ ਨੇ ਸਟੇਟ ਦਾ ਦਰਜਾ ਖਤਮ ਕਰ ਦੇਣਾ। ਉਹ ਕਿਉਂਕਿ ਬਾਦਲ ਸਾਹਿਬ ਦਾ ਉੱਥੇ ਹੋਟਲ ਵਗੈਰਾ ਹੈਗੇ ਨੇ, 에ਅਰਪੋਰਟ ਦੇ ਲਾਗੇ ਸਾਰਾ ਕੁਝ ਬਾਦਲ ਸਾਹਿਬ ਦਾ ਹੀ ਆ। ਉਹ ਵੀ ਤਾਂ ਕਰਕੇ ਇਹ ਜਿਹੜਾ ਇੱਕ ਵੱਡਾ ਸਾਨੂੰ ਇੱਕ ਘੇਰਾ ਪਾਇਆ ਹੋਇਆ, ਬਹੁਤ ਵੱਡਾ ਘੇਰਾ RSS ਦਾ ਪੰਜਾਬ ਨੂੰ ਖਤਮ ਕਰਨ ਦੇ ਲਈ। ਕਿਉਂਕਿ ਜੇ RSS ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦਾ ਤਾਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ, ਇਹ ਅਣਖੀ ਲੋਕਾਂ ਨੂੰ ਮਾਰਨਾ ਪੈਣਾ। ਹੁਣ ਇੱਕ ਪਾਸੇ ਤੁਹਾਡੇ ਬਾਰਡਰ ਤੋਂ ਤੁਹਾਡਾ ਏਰੀਆ ਘਟਾਇਆ ਜਾ ਰਿਹਾ, ਉਧਰੋਂ ਦੂਜੇ ਪਾਸਿਓਂ ਘਟਾਇਆ ਜਾ ਰਿਹਾ, ਘਟਾ ਕੇ ਪੰਜਾਬ ਨੂੰ ਛੋਟਾ ਕਰਕੇ ਇਹਨੂੰ ਸਟੇਟ ਇਹਨੂੰ ਖਤਮ ਕਰਨਾ, ਇਹ ਏਜੰਡਾ RSS ਦਾ। ਜਦੋਂ ਸਾਡੀ ਸਟੇਟ ਦਾ ਦਰਜਾ ਖਤਮ ਹੋ ਗਿਆ, ਉਸੇ ਟਾਈਮ ਸਾਡੀ ਪੰਜਾਬੀ ਭਾਸ਼ਾ, ਸਾਡਾ ਮੀਡੀਅਮ ਸਕੂਲਾਂ ਦੇ ਵਿੱਚੋਂ ਸਾਡੇ ਦਫ਼ਤਰੀ ਭਾਸ਼ਾ ਪੰਜਾਬੀ ਸਭ ਕੁਝ ਚੱਕ ਕੇ ਹਿੰਦੀ ਆ ਜਾਣਾ, ਤੇ ਫਿਰ ਤੁਸੀਂ ਕਰੀ ਜਾਇਓ ਜੋ ਮਰਜ਼ੀ ਕਰਨਾ। ਫਿਰ ਜਿੰਦਾਬਾਦ ਸੁਖਬੀਰ ਬਾਦਲ ਕਹਿ ਲਿਓ, ਚਾਹੇ ਫਿਰ ਕੈਪਟਨ ਕਹਿ ਲਿਓ, ਚਾਹੇ ਚੰਨੀ ਕਹਿ ਲਿਓ, ਚਾਹੇ ਕੇਜਰੀਵਾਲ ਕਹਿ ਲਿਓ, ਜੋ ਮਰਜ਼ੀ ਕਹਿ ਲਿਓ, ਪਰ ਤੁਹਾਡੇ ਹੱਥ ਦੇ ਵਿੱਚ ਕੁਝ ਨਹੀਂ ਰਹਿਣਾ। ਸੋ ਆਓ ਵੀਰੇ, ਅਕਾਲੀ ਦਲ, ਵੀਰ ਲਿਖਦਾ ਕਹਿੰਦਾ ਅਕਾਲੀ ਦਲ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਵੀਰੇ ਅਕਾਲੀ ਦਲ ਨਾ ਸ਼ਬਦ ਵਰਤਿਆ ਕਰੋ, ਇਹ ਬਾਦਲ ਦਲ ਆ ਜਾਂ ਸਰਸਾ ਦਲ ਆ। ਇੱਕ ਮੈਂ ਇਹ ਵੀ ਆਪਣੇ ਨੌਜਵਾਨਾਂ ਨੂੰ ਬੇਨਤੀ ਕਰਦਾ, ਪੰਜਾਬ ਦਿਆਂ ਨੂੰ, ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਇਹ ਅਕਾਲੀ ਦਲ ਨਹੀਂ ਹੈਗਾ, ਇਹ ਬਾਦਲ ਐਂਡ ਕੰਪਨੀ ਆ। ਇਹਨੂੰ ਸ਼ਬਦ ਵਰਤਿਆ ਕਰੋ ਬਾਦਲ ਦਲ ਜਾਂ ਸਰਸਾ ਦਲ, ਇਹ 2 ਸ਼ਬਦ ਨੇ, ਇਹ ਅਕਾਲੀ ਕੁਲੀ ਕੋਈ ਨਹੀਂ ਹੈਗੇ, ਇਹ ਤਾਂ ਖਾਲੀ ਦਲ ਨੇ। ਸੋ ਇਹ ਵੀ ਇੱਕ ਚੀਜ਼ ਆਪਾਂ ਨੂੰ ਕਹਿਣੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।